ਅੱਜ ਦੇ ਟੌਪਿਕ ਨੂੰ। ਅੱਜ ਆਪਾਂ ਪੜ੍ਹਨਾ ਹੈ ਕਨੈਕਟਿਵ ਟਿਸ਼ੂ ਬਾਰੇ। ਹਰਸਿਮਰਤ ਗੁੱਡ ਈਵਨਿੰਗ। ਬੱਚੇ ਅੱਜ ਆਪਾਂ ਪੜ੍ਹਨਾ ਕਨੈਕਟਿਵ ਟਿਸ਼ੂਜ਼ ਬਾਰੇ। ਕਨੈਕਟਿਵ ਦਾ ਮਤਲਬ ਕੀ ਹੁੰਦਾ? ਕਨੈਕਟਿਵ ਦਾ ਮਤਲਬ ਹੁੰਦਾ ਕਨੈਕਟ ਕਰਨਾ ਕਿਸੇ ਚੀਜ਼ ਨੂੰ। ਤਾਂ ਇਹੋ ਜਿਹੇ ਟਿਸ਼ੂਜ਼ ਜਿਹੜੀ ਪੂਰੀ ਬੋਡੀ ਨੂੰ ਕਨੈਕਟ ਕਰਦੇ ਆ ਉਹਨਾਂ ਨੂੰ ਆਪਾਂ ਕਨੈਕਟਿਵ ਟਿਸ਼ੂਜ਼ ਕਹਿੰਦੇ ਆ। ਕਨੈਕਟਿਵ ਟਿਸ਼ੂਜ਼ ਕਨੈਕਟ ਐਂਡ ਹੋਲਡ ਬੋਡੀ ਟੂਗੈਦਰ। ਜਿਵੇਂ ਆਪਣੇ ਕੋਲ ਐਗਜ਼ਾਮਪਲ ਹੈਗੀ ਆ ਬਲੱਡ ਦੀ। ਆਪਾਂ ਦੇਖ ਰਹੇ ਹਾਂ ਇਸ ਡਾਇਗਰਾਮ ਦੇ ਵਿੱਚ ਆਪਣੇ ਕੋਲੇ ਬਲੱਡ ਦੀ ਡਾਇਗਰਾਮ ਹੈ। ਬਲੱਡ ਕੀ ਕਰ ਰਿਹਾ? ਪੂਰੀ ਬੋਡੀ ਨੂੰ ਕਨੈਕਟ ਕਰ ਰਿਹਾ। ਆਪਾਂ ਨੂੰ ਪਤਾ ਕਿ ਆਪਣੀ ਜਿਹੜੀ ਬਲੱਡ ਵੈਸਲਸ ਆ ਉਹਨਾਂ 'ਚ ਬਲੱਡ ਮੂਵ ਕਰ ਰਿਹਾ ਤੇ ਆਪਣੀ ਪੂਰੀ ਬੋਡੀ ਦੇ ਵਿੱਚ ਬਲੱਡ ਸਰਕੂਲੇਟ ਕਰਦਾ ਹੈ। ਇਹਨੇ ਪੂਰੀ ਬੋਡੀ ਨੂੰ ਕਨੈਕਟ ਕੀਤਾ ਹੋਇਆ, ਮੀਨਸ ਲੰਗਸ ਨੂੰ ਕਨੈਕਟ ਕੀਤਾ ਹੋਇਆ ਕਿਡਨੀਜ਼ ਦੇ ਨਾਲ, ਕਿਡਨੀਜ਼ ਨੂੰ ਕੀਤਾ ਹੋਇਆ ਬ੍ਰੇਨ ਦੇ ਨਾਲ, ਬ੍ਰੇਨ ਨੂੰ ਹਾਰਟ ਦੇ ਨਾਲ। ਪੂਰੀ ਬੋਡੀ ਨੂੰ ਕਿਹੜੀ ਚੀਜ਼ ਨੇ ਕਨੈਕਟ ਕੀਤਾ ਹੋਇਆ? ਬਲੱਡ ਨੇ ਕੀਤਾ ਹੋਇਆ। ਇਸ ਕਰਕੇ ਬਲੱਡ ਕੀ ਇੱਕ ਕਨੈਕਟਿਵ ਟਿਸ਼ੂ ਹੈ। ਬਲੱਡ ਇੱਕ ਫਲੂਇਡ ਕਨੈਕਟਿਵ ਟਿਸ਼ੂ ਆ ਕਿਉਂਕਿ ਇਹ ਲਿਕੁਇਡ ਹੁੰਦਾ, ਇਹ ਫਲੋ ਕਰ ਸਕਦਾ, ਇਸ ਕਰਕੇ ਆਪਾਂ ਬਲੱਡ ਨੂੰ ਕੀ ਕਹਿ ਦਿੰਦੇ ਆ? ਫਲੂਇਡ ਕਨੈਕਟਿਵ ਟਿਸ਼ੂ। ਫਿਰ ਆਪਾਂ ਦੇਖਦੇ ਹਾਂ ਇੱਕ ਹੋਰ ਡਾਇਗਰਾਮ ਬੋਨ ਦੀ। ਜਿਹੜਾ ਕਨੈਕਟਿਵ ਟਿਸ਼ੂ ਦੀ ਮੇਨ ਕਰੈਕਟਰਿਸਟਿਕ ਕੀ ਹੈ ਕਿ ਜਿਹੜਾ ਕਨੈਕਟਿਵ ਟਿਸ਼ੂ ਤਾਂ ਬਹੁਤ ਹੀ ਜ਼ਿਆਦਾ ਡਾਇਵਰਸ ਟਿਸ਼ੂ ਆ। ਕਿਉਂ? ਕਿਉਂਕਿ ਇਹੋ ਜਿਹੇ ਕਨੈਕਟਿਵ ਟਿਸ਼ੂਜ਼ ਵੀ ਦੇਖਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਜ਼ਿਆਦਾ ਫਲੂਇਡ ਨੇਚਰ ਦੇ ਹੋਣਗੇ ਤੇ ਇਹੋ ਜਿਹੇ ਕਨੈਕਟਿਵ ਟਿਸ਼ੂਜ਼ ਵੀ ਦੇਖਣ ਨੂੰ ਮਿਲਣਗੇ ਜਿਹੜੇ ਬਹੁਤ ਹੀ ਜ਼ਿਆਦਾ ਹਾਰਡ ਨੇਚਰ ਦੇ ਹੋਣਗੇ। ਫੋਰ ਐਗਜ਼ਾਮਪਲ ਆਪਣੇ ਕੋਲ ਬਲੱਡ ਐਂਡ ਬੋਨ। ਬਲੱਡ ਬਹੁਤ ਜ਼ਿਆਦਾ ਫਲੂਇਡ ਨੇਚਰ ਦਾ ਹੁੰਦਾ, ਸੌਫਟ ਹੁੰਦਾ, ਤਾਂ ਇੱਕ ਇਹ ਫਲੂਇਡ ਕਨੈਕਟਿਵ ਟਿਸ਼ੂ ਦੀ ਐਗਜ਼ਾਮਪਲ ਹੈ। ਤੇ ਇੱਕ ਆਪਣੇ ਕੋਲ ਜਿਹੜੀ ਬੋਨ ਹੁੰਦੀ ਹੈ, ਕਾਰਟਿਲੇਜ ਹੁੰਦੀ ਹੈ, ਇਹ ਹਾਰਡ ਹੁੰਦੇ ਆ, ਇਸ ਕਰਕੇ ਹਾਰਡ ਕਨੈਕਟਿਵ ਟਿਸ਼ੂ ਦੀ ਐਗਜ਼ਾਮਪਲ ਆ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਕਨੈਕਟਿਵ ਟਿਸ਼ੂਜ਼ ਹੁੰਦੇ ਆ ਬਹੁਤ ਹੀ ਜ਼ਿਆਦਾ ਡਾਇਵਰਸ ਟਿਸ਼ੂਜ਼ ਹੁੰਦੇ ਆ। ਮੀਨਸ ਕੁਝ ਫਲੂਇਡ ਦੀ ਫਾਰਮ 'ਚ ਹੁੰਦੇ ਆ ਤੇ ਕੁਝ ਹਾਰਡ ਸਟਰਕਚਰਸ ਹੁੰਦੀਆਂ। ਜਿਵੇਂ ਆਪਣੇ ਕੋਲ ਐਗਜ਼ਾਮਪਲ ਹੈਗੀ ਆ ਬੋਨ ਦੀ। ਆਪਾਂ ਇਸ ਡਾਇਗਰਾਮ ਦੇ ਵਿੱਚ ਤਿੰਨ ਡਾਇਗਰਾਮਸ ਦੇਖ ਰਹੇ ਹਾਂ। ਇੱਕ ਤਾਂ ਬਲੱਡ ਦੀ ਦੇਖ ਰਹੇ ਹਾਂ ਜਿਹੜਾ ਸ਼ੋ ਕਰ ਰਿਹਾ ਫਲੂਇਡ ਕਨੈਕਟਿਵ ਟਿਸ਼ੂ ਨੂੰ। ਇੱਕ ਆਪਾਂ ਦੇਖ ਰਹੇ ਹਾਂ ਬੋਨ ਦੀ ਜਿਹੜਾ ਹਾਰਡ ਕਨੈਕਟਿਵ ਟਿਸ਼ੂ ਨੂੰ ਰਿਪਰੈਜ਼ੈਂਟ ਕਰ ਰਿਹਾ। ਇੱਕ ਆਪਾਂ ਦੇਖ ਰਹੇ ਹਾਂ ਲਿਗਾਮੈਂਟਸ ਦੀ। ਆਹ ਸਾਰੇ ਇਸ ਸਲਾਈਡ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ? ਸਾਰੇ ਤੁਸੀਂ ਕਨੈਕਟਿਵ ਟਿਸ਼ੂਜ਼ ਨੂੰ ਦੇਖ ਰਹੇ ਹੋ। ਜਿਵੇਂ ਆਪਣੇ ਕੋਲੇ ਬੋਨ ਹੈ, ਬੋਨ ਨੂੰ ਜੇ ਦੇਖਿਆ ਜਾਵੇ ਬੋਨ ਬਹੁਤ ਹੀ ਜ਼ਿਆਦਾ ਹਾਰਡ ਹੁੰਦੀ ਹੈ। ਫਿਰ ਆਪਾਂ ਇੱਕ ਆਪਣੀ ਆਰਮ ਦੇਖ ਰਹੇ ਹਾਂ। ਆਰਮ ਦੇ ਵਿੱਚ ਬਹੁਤ ਹੀ ਸਾਰੇ ਤੁਹਾਨੂੰ ਕਨੈਕਟਿਵ ਟਿਸ਼ੂਜ਼ ਦੇਖਣ ਨੂੰ ਮਿਲਣਗੇ। ਜਿਵੇਂ ਆਪਾਂ ਦੇਖ ਰਹੇ ਹਾਂ ਬੋਨ ਹੈ। ਇੱਕ ਗੱਲ ਤੁਸੀਂ ਯਾਦ ਰੱਖਣੀ ਹੈ BLB, ਠੀਕ ਹੈ। B ਦਾ ਮਤਲਬ ਹੈਗਾ ਇੱਥੇ ਬੋਨ, L ਦਾ ਮਤਲਬ ਹੈਗਾ ਲਿਗਾਮੈਂਟ ਤੇ B ਦਾ ਮਤਲਬ ਫਿਰ ਹੈਗਾ ਬੋਨ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਬੋਨ ਨੂੰ ਬੋਨ ਨਾਲ ਕਿਹੜੀ ਚੀਜ਼ ਅਟੈਚ ਕਰਦੀ ਹੈ? ਲਿਗਾਮੈਂਟ, ਠੀਕ ਹੈ। ਇਹਨੂੰ ਇੱਕ ਟ੍ਰਿਕ ਦੇ ਤੌਰ ਤੇ ਤੁਸੀਂ ਯੂਜ਼ ਕਰ ਸਕਦੇ ਹੋ BLB। ਹੁਣ ਆਹ ਜਿਹੜੀ ਆਪਾਂ ਡਾਇਗਰਾਮ ਦੇਖ ਰਹੇ ਹਾਂ ਨਾ, ਇਹਦੇ ਵਿੱਚ ਸਾਰੇ ਕਨੈਕਟਿਵ ਟਿਸ਼ੂਜ਼ ਦਿਖਾਏ ਹੋਏ ਆ। ਇਸ ਕਰਕੇ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖਣਾ। ਆਪਣੇ ਕੋਲੇ ਆਰਮ ਦਿਖਾਈ ਹੋਈ ਹੈ। ਆਰਮ ਦੇ ਵਿੱਚ ਕੀ ਹੈ? ਆਪਣੇ ਕੋਲੇ ਬੋਨ ਆ, ਹਿਊਮਰਸ, ਠੀਕ ਹੈ। ਇਹ ਅਲਨਾ ਤੇ ਰੇਡੀਅਸ ਦਿਖਾਈ ਹੋਈ ਹੈ। ਅੱਛਾ, ਆਪਾਂ ਦੇਖ ਰਹੇ ਹਾਂ ਕਿ ਆਹ ਆਪਣੇ ਕੋਲੇ ਮਸਲ ਹੈ। ਆਹ ਵਾਲਾ ਆਪਾਂ ਦੇਖ ਰਹੇ ਹਾਂ ਜਿਹੜਾ ਇਹ ਮਸਲ ਹੈ। ਮਸਲ ਨੂੰ ਬੋਨ ਦੇ ਨਾਲ, ਆਹ ਆਪਾਂ ਦੇਖ ਰਹੇ ਹਾਂ ਬੋਨ ਹੈ, ਆਹ ਬੋਨ ਹੈ, ਆਹ ਕੀ ਹੈ? ਮਸਲ ਹੈ, ਠੀਕ ਹੈ। ਮਸਲ ਤੇ ਬੋਨ ਦੇ ਵਿੱਚ ਇੱਕ ਤੁਸੀਂ ਬਲੂ ਕਲਰ ਦੀ ਚੀਜ਼ ਦੇਖ ਰਹੇ ਹੋ। ਇਹ ਕੀ ਸ਼ੋ ਕਰ ਰਿਹਾ? ਇਹ ਸ਼ੋ ਕਰ ਰਿਹਾ ਹੈਗਾ ਟੈਂਡਨ, ਠੀਕ ਹੈ। ਤਾਂ ਇੱਕ ਗੱਲ ਯਾਦ ਰੱਖਣ ਵਾਲੀ ਹੈ, ਇਹ NTSC 'ਚ ਵੀ ਆ ਸਕਦਾ ਤੁਹਾਨੂੰ, ਵੀ ਕਿਹੜੀ ਚੀਜ਼ ਬੋਨ ਤੇ ਮਸਲ ਨੂੰ ਆਪਸ 'ਚ ਕਨੈਕਟ ਕਰਦੀ, ਉਹ ਹੈਗੀ ਟੈਂਡਨ। ਇਟਸ ਇੰਪੋਰਟੈਂਟ। ਤੇ ਜੇ ਤੁਹਾਨੂੰ ਪੁੱਛਿਆ ਜਾਵੇ, ਇਹ ਸੀਗੀ ਆਪਣੇ ਕੋਲ ਟੈਂਡਨ ਦੀ ਐਗਜ਼ਾਮਪਲ, ਟੈਂਡਨ ਦਿਖਾਇਆ ਹੋਇਆ ਇਸ ਡਾਇਗਰਾਮ ਦੇ ਵਿੱਚ। ਹੁਣ ਤੁਸੀਂ ਇਸ ਸਾਈਡ ਤੇ ਦੇਖੋ ਲਿਗਾਮੈਂਟ ਦਿਖਾਇਆ ਹੋਇਆ। ਲਿਗਾਮੈਂਟ ਕੀ ਹੁੰਦਾ? ਜਿਹੜਾ ਬੋਨ ਨੂੰ ਬੋਨ ਨਾਲ ਕਨੈਕਟ ਕਰਦਾ। ਇੱਕ ਆਹ ਵਾਲੀ ਬੋਨ ਆ, ਇੱਕ ਆਪਣੇ ਕੋਲ ਆਹ ਵਾਲੀ ਬੋਨ ਆ। ਦੋਨੋਂ ਬੋਨਸ ਨੂੰ ਕਿਹੜੀ ਚੀਜ਼ ਨੇ ਕਨੈਕਟ ਕੀਤਾ ਹੋਇਆ? ਲਿਗਾਮੈਂਟ ਦੇ ਨਾਲ। ਓਕੇ, ਤਾਂ ਇਹ ਕੁਐਸਚਨ ਵੀ ਤੁਹਾਨੂੰ NTSC 'ਚ ਪੁੱਛ ਸਕਦੀ ਆ ਕਿ ਕਿਹੜੀ ਸਟਰਕਚਰ ਹੈ ਜਿਹੜੀ ਬੋਨ ਨੂੰ ਬੋਨ ਨਾਲ ਕਨੈਕਟ ਕਰਦੀ ਹੈ? ਉਹ ਹੈ ਲਿਗਾਮੈਂਟ। ਤੇ ਜਿਹੜੀ ਸਟਰਕਚਰ ਬੋਨ ਨੂੰ ਮਸਲ ਦੇ ਨਾਲ ਕਨੈਕਟ ਕਰਦੀ ਆ ਉਹ ਹੈਗੀ ਆਪਣੇ ਕੋਲੇ ਟੈਂਡਨ। ਤਾਂ ਟੈਂਡਨ, ਲਿਗਾਮੈਂਟ, ਬੋਨ, ਆਪਣੇ ਕੋਲੇ ਬਲੱਡ, ਇਹ ਸਾਰੇ ਕੀ ਆ? ਇਹ ਸਾਰੇ ਕਨੈਕਟਿਵ ਟਿਸ਼ੂਜ਼ ਆ। ਫਿਰ ਆਪਾਂ ਇੱਥੇ ਨੀ ਜੁਆਇੰਟ ਦੇਖ ਰਹੇ ਹਾਂ। ਆਪਣਾ ਨੀ ਜੁਆਇੰਟ ਦੇ ਵਿੱਚ ਵੀ ਕੀ ਦਿਖਾਇਆ ਹੋਇਆ? ਓਕੇ, ਸ਼ੁਭਨੀਤ ਦਾ ਕੁਐਸਚਨ ਹੈ ਬੱਚੇ ਲੌਂਗੈਸਟ ਤੇ ਸ਼ਾਰਟੈਸਟ ਬੋਨ ਕਿਹੜੀ ਹੈ? ਬੱਚੇ ਆਪਣੀ ਜਿਹੜੀ ਫੀਮਰ ਹੁੰਦੀ ਹੈ, ਫੀਮਰ ਜਿਹੜੀ ਹੁੰਦੀ ਆ
ਉਹ ਲੌਂਗੈਸਟ ਬੋਨ ਹੈ ਤੇ ਸ਼ਾਰਟੈਸਟ ਬੋਨ ਹੈਗੀ ਹੈ ਸਟੇਪੀਜ਼। ਠੀਕ ਹੈ, ਫੀਮਰ ਜਿਹੜੀ ਆਪਣੀ ਲੈਗ ਦੀ ਬੋਨ ਆ ਸਭ ਤੋਂ ਲੌਂਗੈਸਟ ਬੋਨ ਹੁੰਦੀ ਹੈ। ਫੀਮਰ FEMUR ਫੀਮਰ ਬੋਨ ਆਪਣੀ ਲੈਗ ਦੇ ਵਿੱਚ ਪਾਈ ਜਾਂਦੀ, ਸਭ ਤੋਂ ਲੌਂਗੈਸਟ ਬੋਨ ਆਪਣੀ ਬੋਡੀ ਦੀ। ਤੇ ਕੰਨ ਦੇ ਵਿੱਚ ਈਅਰ ਦੇ ਵਿੱਚ ਸਭ ਤੋਂ ਛੋਟੀ ਬੋਨ ਪਾਈ ਜਾਂਦੀ ਹੈ, ਉਹਦਾ ਨਾਮ ਹੈਗਾ ਸਟੇਪੀਜ਼। ਅੰਡਰਸਟੈਂਡ। ਹੁਣ ਆਪਾਂ ਨੀ ਜੁਆਇੰਟ ਦੇਖਦੇ ਹਾਂ। ਨੀ ਜੁਆਇੰਟ ਦੇ ਵਿੱਚ ਵੀ ਕੀ ਦਿਖਾਇਆ ਹੋਇਆ, ਕਨੈਕਟਿਵ ਟਿਸ਼ੂ ਨੂੰ ਦਿਖਾਇਆ ਹੋਇਆ। ਆਪਾਂ ਦੇਖਦੇ ਹਾਂ ਨੀ ਜੁਆਇੰਟ। ਨੀ ਜੁਆਇੰਟ ਆਪਣਾ ਜਿਹੜਾ ਨੀ ਜੁਆਇੰਟ ਹੈ ਇਹਦੇ ਵਿੱਚ ਕਿਹੜੀਆਂ ਕਨੈਕਟਿਵ ਟਿਸ਼ੂਜ਼ ਪਾਏ ਜਾਂਦੇ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਇਹਦੇ ਵਿੱਚ ਆਪਣੇ ਕੋਲ ਦੋ ਬੋਨਸ ਦਿਖਾਈਆਂ ਹੋਈਆਂ ਨੀ ਜੁਆਇੰਟ ਦੇ ਵਿੱਚ। ਇੱਕ ਤਾਂ ਅਪਰ ਬੋਨ ਦਿਖਾਈ ਹੋਈ ਹੈ, ਇੱਕ ਲੋਅਰ ਬੋਨ ਦਿਖਾਈ ਹੋਈ ਹੈ। ਇੱਕ ਅਪਰ ਬੋਨ ਦਿਖਾਈ ਹੋਈ ਹੈ, ਇੱਕ ਲੋਅਰ ਬੋਨ ਦਿਖਾਈ ਹੋਈ ਹੈ। ਤੁਸੀਂ ਦੇਖ ਰਹੇ ਹੋ ਕਿ ਆਹ ਵਾਲੀ ਜਿਹੜੀ ਅਪਰ ਬੋਨ ਹੈ ਤੇ ਜਿਹੜੀ ਲੋਅਰ ਬੋਨ ਹੈ ਨਾ, ਇਹਨਾਂ ਦੋਵਾਂ ਨੂੰ ਵੀ ਉੱਪਰੋਂ ਇੱਕ ਚੀਜ਼ ਨੇ ਕਵਰ ਕੀਤਾ ਹੋਇਆ। ਠੀਕ ਹੈ, ਮੀਨਸ ਕਿਹਨੇ ਕਵਰ ਕੀਤਾ ਹੋਇਆ, ਕਾਰਟਿਲੇਜ ਨੇ ਕਵਰ ਕੀਤਾ ਹੋਇਆ। ਦੋਨਾਂ ਬੋਨਸ ਨੂੰ ਉੱਪਰੋਂ ਕਾਰਟਿਲੇਜ ਨੇ ਕਿਉਂ ਕਵਰ ਕੀਤਾ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਆਪਾਂ ਜਦੋਂ ਮੂਵ ਕਰਦੇ ਹਾਂ ਤਾਂ ਆਪਣਾ ਨੀ ਜੁਆਇੰਟ ਵੀ ਮੂਵ ਕਰਦਾ। ਇਹ ਦੋਵੇਂ ਬੋਨਸ ਇੱਕ ਦੂਜੇ ਤੇ ਰਬ ਹੁੰਦੀਆਂ। ਹੁਣ ਜੇ ਮੰਨ ਲਓ ਦੋ ਬੋਨਸ, ਆਪਾਂ ਨੂੰ ਪਤਾ ਬੋਨਸ ਹਾਰਡ ਹੁੰਦੀ ਹੈ, ਜਦੋਂ ਇੱਕ ਦੂਜੇ ਤੇ ਰਬ ਹੋਣਗੀਆਂ ਤਾਂ ਉਹ ਘਸ ਵੀ ਸਕਦੀਆਂ। ਠੀਕ ਹੈ, ਟਾਈਮ ਦੇ ਨਾਲ ਤਾਂ ਫਿਰ ਬੋਨ ਪੂਰੀ ਘਸ ਜੂਗੀ ਆਪਣੀ। ਤਾਂ ਇਸ ਚੀਜ਼ ਨੂੰ ਰੋਕਣ ਲਈ ਨੇਚਰ ਨੇ ਕੀ ਕੀਤਾ, ਬੋਨਸ ਦੇ ਉੱਪਰ ਇੱਕ ਕੈਪ ਲਾਈਕ ਸਟਰਕਚਰ ਬਣਾਤੀ। ਠੀਕ ਹੈ, ਦੋਨੋਂ ਬੋਨਸ ਤੇ ਤੁਸੀਂ ਦੇਖ ਰਹੇ ਹੋ ਗ੍ਰੀਨ ਕਲਰ ਦਾ ਕਾਰਟਿਲੇਜ ਆ। ਕਾਰਟਿਲੇਜ ਕੀ ਕਰਦਾ, ਕਾਰਟਿਲੇਜ ਦੋਨੋਂ ਬੋਨਸ ਨੂੰ ਕਵਰ ਕਰਕੇ ਰੱਖ ਰਿਹਾ। ਠੀਕ ਹੈ, ਇਹ ਕਾਰਟਿਲੇਜ ਕੀ ਕਰ ਰਿਹਾ, ਦੋਨੋਂ ਬੋਨਸ ਦੇ ਉੱਪਰ ਇੱਕ ਕਵਰਿੰਗ ਬਣਾ ਰਿਹਾ, ਤਾਂ ਜੋ ਜਦੋਂ ਵੀ ਇਹ ਦੋਨੋਂ ਬੋਨਸ ਮਤਲਬ ਆਹ ਵਾਲਾ ਜਦੋਂ ਜੁਆਇੰਟ ਮੂਵ ਕਰੂਗਾ ਤਾਂ ਦੋਨੋਂ ਬੋਨਸ ਇੱਕ ਦੂਜੇ ਨਾਲ ਡਾਇਰੈਕਟਲੀ ਰਬ ਨਾ ਹੋਣ। ਤੇ ਜੇ ਇੱਕ ਦੂਜੇ ਨਾਲ ਰਬ ਨਹੀਂ ਹੋਣਗੀਆਂ ਤਾਂ ਬੋਨਸ ਜਲਦੀ ਖਰਾਬ ਨਹੀਂ ਹੋਣਗੀਆਂ। ਠੀਕ ਹੈ, ਜਦੋਂ ਆਪਾਂ ਨੂੰ ਪਤਾ ਕਈ ਵਾਰੀ ਆਪਾਂ ਦੇਖਦੇ ਹਾਂ ਜਿਹੜੇ ਓਲਡ ਪੀਪਲ ਹੁੰਦੇ ਆ ਉਹਨਾਂ ਦੇ ਜੋੜਾਂ 'ਚ ਖਾਸ ਕਰਕੇ ਨੀ ਜੁਆਇੰਟ ਦੇ ਵਿੱਚ ਬਹੁਤ ਪੇਨ ਹੁੰਦੀ ਹੈ ਜਦੋਂ ਮੂਵ ਕਰਦੇ। ਰੀਜ਼ਨ ਕੀ ਆ, ਕਿਉਂਕਿ ਉਹਨਾਂ ਦਾ ਜਿਹੜਾ ਕਾਰਟਿਲੇਜ ਆ ਉਹ ਘਸ ਚੁੱਕਿਆ ਹੁੰਦਾ ਪੂਰਾ। ਮੀਨਸ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜਾ ਕਾਰਟਿਲੇਜ ਆ ਉਹ ਡਿਸਟਰੋਏ ਹੋ ਚੁੱਕਿਆ ਹੁੰਦਾ, ਜਾਂ ਪ੍ਰੋਪਰਲੀ ਉਹ ਰਿਹਾ ਨਹੀਂ ਹੁੰਦਾ, ਪ੍ਰੋਪਰ ਕਵਰਿੰਗ ਨਹੀਂ ਕਰ ਰਿਹਾ ਹੁੰਦਾ ਬੋਨਸ ਦੀ ਐਂਡ ਦੀ, ਜਿਹਦੇ ਕਰਕੇ ਕੀ ਹੁੰਦਾ ਦੋਨੋਂ ਬੋਨਸ ਇੱਕ ਦੂਜੇ ਨਾਲ ਰਬ ਕਰ ਰਹੀਆਂ ਹੁੰਦੀਆਂ ਤੇ ਉਹ ਪਰਸਨ ਨੂੰ ਤੁਰਨ 'ਚ ਵੀ ਪ੍ਰੋਬਲਮ ਆਉਂਦੀ ਹੈ। ਬੱਚੇ ਲਿਗਾਮੈਂਟ ਦੀ ਕਵਰਿੰਗ ਨਹੀਂ ਹੁੰਦੀ। ਸ਼ੁਭਨੀਤ ਤੁਸੀਂ ਪੁੱਛ ਰਹੇ ਹੋ ਕਿ ਮੈਮ ਪਹਿਲਾਂ ਲਿਗਾਮੈਂਟ ਦੀ ਕਵਰਿੰਗ ਹੁੰਦੀ, ਨਹੀਂ, ਪਹਿਲਾਂ ਜਿਹੜੀਆਂ ਬੋਨਸ ਹੁੰਦੀਆਂ ਬੋਨਸ ਨੂੰ ਹਮੇਸ਼ਾ ਕਾਰਟਿਲੇਜ ਕਵਰ ਕਰ ਰਿਹਾ ਇੱਥੇ, ਖਾਸ ਕਰਕੇ ਜੁਆਇੰਟਸ ਦੇ ਵਿੱਚ, ਕਿਉਂਕਿ ਆਪਾਂ ਨੂੰ ਪਤਾ ਜੁਆਇੰਟਸ ਨੇ ਮੂਵ ਕਰਨਾ ਹੁੰਦਾ। ਜਦੋਂ ਆਪਾਂ ਆਪਣੀ ਮੂਵਮੈਂਟ ਕਰਨੀ ਹੁੰਦੀ ਹੈ ਉਦੋਂ ਜੁਆਇੰਟਸ ਵੀ ਮੂਵ ਕਰਦੇ ਆ, ਤੇ ਜਦੋਂ ਜੁਆਇੰਟਸ ਮੂਵ ਕਰਨਗੇ ਤਾਂ ਬੋਨਸ ਇੱਕ ਦੂਜੇ ਨਾਲ ਰਬ ਕਰਕੇ ਘਸ ਸਕਦੇ ਆ। ਠੀਕ ਹੈ, ਇਸ ਚੀਜ਼ ਤੋਂ ਬਚਾਉਣ ਦੇ ਲਈ ਉੱਪਰ ਕਾਰਟਿਲੇਜ ਦੇ ਕੈਪਸ ਚੜਾਏ ਹੁੰਦੇ ਆ। ਇਹ ਕਾਰਟਿਲੇਜ ਕੀ ਕਰਦੇ, ਬੋਨਸ ਨੂੰ ਡਾਇਰੈਕਟ ਕੰਟੈਕਟ 'ਚ ਨਹੀਂ ਆਉਣ ਦਿੰਦੇ, ਜਿਹਦੇ ਕਰਕੇ ਸਮੂਥ ਮੂਵਮੈਂਟ ਹੁੰਦੀ ਹੈ। ਨਹੀਂ ਸ਼ੁਭਨੀਤ, ਲਿਗਾਮੈਂਟਸ ਨਹੀਂ ਹੁੰਦੇ ਬੱਚੇ, ਬੋਨਸ ਨੂੰ ਲਿਗਾਮੈਂਟਸ ਨਹੀਂ ਕਵਰ ਕਰਦੀਆਂ, ਬੋਨਸ ਤੇ ਕਾਰਟਿਲੇਜ ਹੁੰਦੇ ਆ। ਓਕੇ, ਹੁਣ ਆਪਾਂ ਕੀ ਦੇਖ ਰਹੇ ਇੱਥੇ, ਆਪਾਂ ਦੇਖ ਰਹੇ ਹਾਂ ਕਿ ਦੋਨੋਂ ਬੋਨਸ ਦੇ ਉੱਪਰ ਕਾਰਟਿਲੇਜ ਆ। ਕਾਰਟਿਲੇਜ ਕੀ ਕਰ ਰਿਹਾ, ਦੋਨੋਂ ਬੋਨਸ ਨੂੰ ਕਵਰ ਕਰ ਰਿਹਾ ਤਾਂ ਜੋ ਪ੍ਰੋਪਰ ਸਮੂਥ ਮੂਵਮੈਂਟ ਹੋ ਸਕੇ। ਤਾਂ ਇੱਕ ਬੋਨ ਆਪਾਂ ਦੇਖ ਰਹੇ ਹਾਂ, ਬੋਨ ਵੀ ਕੀ ਹੈ, ਇੱਕ ਕਨੈਕਟਿਵ ਟਿਸ਼ੂ ਹੈ ਤੇ ਕਾਰਟਿਲੇਜ ਵੀ ਕੀ ਹੈ, ਇੱਕ ਕਨੈਕਟਿਵ ਟਿਸ਼ੂ ਆ। ਫਿਰ ਉਦੋਂ ਬਾਅਦ ਚੋਂ ਤੁਸੀਂ ਇੱਕ ਚੀਜ਼ ਹੋਰ ਦੇਖੋ ਧਿਆਨ ਦੇ ਨਾਲ, ਇਸ ਡਾਇਗਰਾਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਮਸਲ। ਠੀਕ ਹੈ, ਆਪਾਂ ਦੇਖ ਰਹੇ ਹਾਂ ਮਸਲ, ਆਹ ਸਾਰੀ ਮਸਲ ਦਿਖਾਈ ਹੋਈ ਹੈ। ਮਸਲ ਆਹ ਹੈਗੀ ਆ ਬੋਨ, ਆਹ ਵਾਲਾ ਬੋਨ ਦਾ ਪਾਰਟ ਹੈ। ਹੁਣ ਤੁਸੀਂ ਦੇਖ ਰਹੇ ਹੋ ਮਸਲ ਤੇ ਬੋਨ ਨੂੰ ਵੀ ਕਿਸੇ ਚੀਜ਼ ਨੇ ਕਨੈਕਟ ਕੀਤਾ ਹੋਇਆ। ਤੁਸੀਂ ਪਾਰਟ ਦੇਖ ਰਹੇ ਨੇ, ਇਹਨੂੰ ਕੀ ਦੱਸਿਆ ਹੋਇਆ, ਟੈਂਡਨ। ਇਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਟੈਂਡਨ ਕੀ ਕਰਦਾ, ਮਸਲ ਨੂੰ ਬੋਨ ਦੇ ਨਾਲ ਅਟੈਚ ਕਰਦਾ। ਇਹ ਇੰਪੋਰਟੈਂਟ ਹੈ, ਇਹ NTSC ਦੇ ਵਿੱਚ ਆ ਸਕਦਾ ਕੁਐਸਚਨ। ਤੇ ਤੁਸੀਂ ਲਿਗਾਮੈਂਟ ਵੀ ਦੇਖ ਰਹੇ ਹੋ, ਲਿਗਾਮੈਂਟ ਦੇ ਵੱਲ ਧਿਆਨ ਨਾਲ ਦੇਖੋ। ਲਿਗਾਮੈਂਟ ਕਿਹੜੀ ਚੀਜ਼ ਨੂੰ ਕਨੈਕਟ ਕਰ ਰਿਹਾ, ਲਿਗਾਮੈਂਟ ਕਰ ਰਿਹਾ ਬੋਨ ਨੂੰ ਬੋਨ ਦੇ ਨਾਲ। ਤੁਸੀਂ ਦੇਖ ਰਹੇ ਹੋ ਆਹ ਵਾਲੀ ਬੋਨ, ਅਪਰ ਬੋਨ ਤੇ ਲੋਅਰ ਬੋਨ, ਇਹਨਾਂ ਦੋਨਾਂ ਨੂੰ ਇੱਕ ਚੀਜ਼ ਨੇ ਕਵਰ ਕੀਤਾ ਹੋਇਆ, ਸੌਰੀ ਕਵਰ ਨਹੀਂ ਕੀਤਾ ਹੋਇਆ, ਅਟੈਚ ਕੀਤਾ ਹੋਇਆ। ਦੋਨੋਂ ਬੋਨਸ ਨੂੰ ਇੱਕ ਚੀਜ਼ ਨੇ ਅਟੈਚ ਕੀਤਾ ਹੋਇਆ। ਉਹ ਕਿਹੜੀ ਚੀਜ਼ ਆ, ਉਹ ਹੈਗੀ ਆਪਣੇ ਕੋਲੇ ਲਿਗਾਮੈਂਟ। ਠੀਕ ਹੈ, ਤਾਂ BLB ਟ੍ਰਿਕ ਯਾਦ ਕਰ ਲਿਓ, ਬੋਨ ਨੂੰ ਬੋਨ ਦੇ ਨਾਲ ਕਿਹੜੀ ਚੀਜ਼ ਕਨੈਕਟ ਕਰਦੀ ਹੈ, ਲਿਗਾਮੈਂਟ ਤੇ। ਠੀਕ ਹੈ, ਬੱਚੇ ਤੁਸੀਂ ਕਵਰਿੰਗ ਦੀ ਗੱਲ ਕਰ ਰਹੇ ਸੀ। ਸ਼ੁਭਨੀਤ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣੋ,
ਜਦੋਂ ਤਾਂ ਆਪਾਂ ਬੋਨਸ ਦੀਆਂ ਕਵਰਿੰਗ ਦੀ ਗੱਲ ਕਰ ਰਹੇ ਹਾਂ ਕਿ ਇੱਕ ਬੋਨ ਨੂੰ ਉੱਪਰੋਂ ਜਦੋਂ ਮੈਂ ਕਿਹੜੀ ਗੱਲ ਕਰ ਰਹੀ ਸੀ, ਮੈਂ ਇਹ ਗੱਲ ਕਰ ਰਹੀ ਸੀ ਕਿ ਜਦੋਂ ਜੁਆਇੰਟਸ ਮੂਵ ਕਰਦੇ ਆ ਨਾ ਤਾਂ ਬੋਨਸ ਇੱਕ ਦੂਜੇ ਨਾਲ ਡਾਇਰੈਕਟ ਕੰਟੈਕਟ 'ਚ ਆ ਕੇ ਰਬ ਕਰਕੇ ਘਸ ਸਕਦੀਆਂ ਥੋੜੇ ਸਮੇਂ ਬਾਅਦ। ਇਸ ਚੀਜ਼ ਨੂੰ ਬਚਾਉਣ ਦੇ ਲਈ ਬੋਨ ਦੇ ਉੱਪਰ ਕਾਰਟਿਲੇਜ ਦੀ ਕਵਰਿੰਗ ਕੀਤੀ ਹੋਈ ਆ, ਠੀਕ ਹੈ। ਪਰ ਆਪਾਂ ਨੂੰ ਇਹ ਪਤਾ ਕਿ ਬੋਨ ਨੂੰ ਬੋਨ ਨਾਲ ਕਿਹੜੀ ਚੀਜ਼ ਕਨੈਕਟ ਕਰਦੀ ਹੈ, ਲਿਗਾਮੈਂਟ ਕਰਦੀ ਹੈ। ਇਹ ਚੀਜ਼ ਤੁਸੀਂ ਧਿਆਨ ਨਾਲ ਨਹੀਂ ਸੁਣੀ। ਹਾਂਜੀ ਹਾਂਜੀ ਬਿਲकुल सही किया शुभनीत। ਕਾਰਟਿਲੇਜ ਕੀ ਕਰਦਾ, ਸਮੂਥ ਕਰ ਦਿੰਦਾ ਜੁਆਇੰਟਸ ਨੂੰ, ਜਿਹਦੇ ਕਰਕੇ ਪ੍ਰੋਪਰ ਮੂਵਮੈਂਟ ਹੁੰਦੀ ਹੈ। ਓਕੇ, ਜੇ ਕਿਸੇ ਬੱਚੇ ਨੂੰ ਡਾਊਟ ਹੈ ਇਸ ਡਾਇਗਰਾਮ ਦੇ ਨਾਲ ਰਿਲੇਟਡ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹੁਣ ਆਪਾਂ ਦੇਖ ਰਹੇ ਹਾਂ ਨੈਕਸਟ ਟੌਪਿਕ, ਆਪਾਂ ਦੇਖਦੇ ਹਾਂ ਸਟਰਕਚਰ ਐਂਡ ਕੰਪੋਜੀਸ਼ਨ। ਸਟਰਕਚਰ ਤਾਂ ਆਪਾਂ ਆਲਰੇਡੀ ਦੇਖ ਚੁੱਕੇ ਹਾਂ ਕਿ ਕਾਰਟਿਲੇਜ ਦੀ ਕਿਹੋ ਜਿਹੀ ਕਨੈਕਟਿਵ ਟਿਸ਼ੂ ਦੀ ਕਿਹੋ ਜਿਹੀ ਸਟਰਕਚਰ ਹੁੰਦੀ ਹੈ। ਹੁਣ ਆਪਾਂ ਕੰਪੋਜੀਸ਼ਨ ਦੇਖਦੇ ਹਾਂ ਕਿ ਕਨੈਕਟਿਵ ਟਿਸ਼ੂ ਬਣਿਆ ਕਿਸ ਤੋਂ ਹੁੰਦਾ। ਕੰਪੋਜੀਸ਼ਨ ਆਫ ਕਨੈਕਟਿਵ ਟਿਸ਼ੂ। ਸਟਰਕਚਰ ਤਾਂ ਆਪਾਂ ਆਲਰੇਡੀ ਦੇਖ ਚੁੱਕੇ ਹਾਂ, ਨੀ ਜੁਆਇੰਟ ਦੇਖਿਆ ਆਪਾਂ, ਆਪਣੀ ਆਰਮ ਦੇਖੀ ਆ, ਉਹਦੇ 'ਚ ਮੈਂ ਤੁਹਾਨੂੰ ਕਨੈਕਟਿਵ ਟਿਸ਼ੂ ਦੱਸੇ ਸਾਰੇ ਕਿਹੜੇ ਕਿਹੜੇ ਹੁੰਦੇ ਆ। ਹੁਣ ਆਪਾਂ ਕੰਪੋਜੀਸ਼ਨ ਬਾਰੇ ਪੜ੍ਹਾਂਗੇ ਕਿ ਕਨੈਕਟਿਵ ਟਿਸ਼ੂ ਦੇ ਵਿੱਚ ਕੀ ਕੀ ਪਾਇਆ ਜਾਂਦਾ। ਕੰਪੋਜੀਸ਼ਨ ਦੇ ਲਈ ਮੈਂ ਤੁਹਾਨੂੰ ਇੱਕ ਇੱਥੇ ਡਾਇਗਰਾਮ ਬਣਾਈ ਹੋਈ ਹੈ ਬਲੱਡ ਦੀ, ਠੀਕ ਹੈ। ਆਪਾਂ ਇੱਕ ਵੈਸਲ ਦੇਖ ਰਹੇ ਹਾਂ, ਬਲੱਡ ਵੈਸਲ ਦੇਖ ਰਹੇ ਹਾਂ, ਤੇ ਉਹਦੇ ਵਿੱਚ ਕੀ ਮੂਵ ਕਰ ਰਿਹਾ, ਬਲੱਡ ਸ਼ੋ ਕੀਤਾ ਹੋਇਆ ਉਹਦੇ ਵਿੱਚ। ਆਪਾਂ ਦੇਖ ਰਹੇ ਹਾਂ ਇਹ ਹੈਗੀ ਆਪਣੇ ਕੋਲੇ ਬਲੱਡ ਵੈਸਲ। ਬਲੱਡ ਵੈਸਲ ਦੇ ਵਿੱਚ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਬਲੱਡ ਵੈਸਲ 'ਚ ਬਲੱਡ ਮੂਵ ਕਰ ਰਿਹਾ, ਹੁਣ ਆਪਾਂ ਨੂੰ ਪਤਾ ਹੈ ਬਲੱਡ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਆ। ਬਲੱਡ ਦੇ ਵਿੱਚ ਲਿਕੁਇਡ ਪੋਰਸ਼ਨ ਹੁੰਦਾ ਜਿਹਨੂੰ ਆਪਾਂ ਪਲਾਜ਼ਮਾ ਕਹਿ ਦਿੰਦੇ ਹਾਂ। ਪਲਾਜ਼ਮਾ ਕੀ ਹੈ, ਇੱਕ ਲਿਕੁਇਡ ਪਾਰਟ ਹੈ ਬਲੱਡ ਦਾ, ਜਿਹੜਾ ਬਲੱਡ ਨੂੰ ਫਲੂਇਡਿਟੀ ਪ੍ਰੋਵਾਈਡ ਕਰਦਾ ਹੈ। ਬਲੱਡ ਦੇ ਵਿੱਚ ਹੋਰ ਕੀ ਹੁੰਦਾ, ਇੱਕ ਲਿਕੁਇਡ ਪਾਰਟ ਹੁੰਦਾ ਤੇ ਬਲੱਡ ਸੈਲਸ ਹੁੰਦੇ ਆ, ਜਿਵੇਂ ਆਪਣੇ ਕੋਲ RBCs, ਰੈੱਡ ਬਲੱਡ ਸੈਲਸ ਹੋ ਗਏ, ਪਲੇਟਲੈਟਸ ਹੁੰਦੇ ਆ ਤੇ WBCs ਹੁੰਦੇ ਆ, ਠੀਕ ਹੈ। ਇਸ ਤੋਂ ਇਲਾਵਾ ਬਲੱਡ ਦੇ ਵਿੱਚ ਕੁਝ ਫਾਈਬਰਸ ਵੀ ਹੁੰਦੇ ਆ, ਤੁਸੀਂ ਦੇਖ ਰਹੇ ਹੋ ਲੌਂਗ ਥ੍ਰੈਡ ਲਾਈਕ ਸਟਰਕਚਰ, ਇਸ ਤਰ੍ਹਾਂ ਲੌਂਗ ਥ੍ਰੈਡ ਲਾਈਕ ਸਟਰਕਚਰਸ ਬਣੇ ਹੋਏ ਨੇ। ਇਹ ਕੀ ਆ, ਫਾਈਬਰਸ। ਇਹਨਾਂ ਦਾ ਰੋਲ ਕੀ ਆ ਆਪਾਂ ਹਾਲੇ ਨਹੀਂ ਪੜ੍ਹਨਾ, ਬਾਅਦ ਚੋਂ ਪੜ੍ਹਾਂਗੇ ਕਿ ਬਲੱਡ ਦੇ ਵਿੱਚ ਫਾਈਬਰਸ ਦਾ ਕੀ ਰੋਲ ਹੁੰਦਾ। ਓਕੇ, ਤਾਂ ਹੁਣ ਇਹ ਸਾਰਾ ਕੀ ਸ਼ੋ ਕਰ ਰਿਹਾ, ਸਾਰਾ ਕਨੈਕਟਿਵ ਟਿਸ਼ੂ ਆ। ਆਪਾਂ ਨੂੰ ਪਤਾ ਬਲੱਡ ਵੀ ਕੀ ਹੈ, ਇੱਕ ਕਨੈਕਟਿਵ ਟਿਸ਼ੂ ਆ। ਹੁਣ ਕਨੈਕਟਿਵ ਟਿਸ਼ੂ ਦੀ ਇਹ ਸੀ ਕੰਪੋਜੀਸ਼ਨ। ਕਨੈਕਟਿਵ ਟਿਸ਼ੂ ਦੇ ਵਿੱਚ ਦੋ ਪਾਰਟਸ ਪਾਏ ਜਾਂਦੇ, ਇੱਕ ਤਾਂ ਲਿਕੁਇਡ ਪਾਰਟ ਹੁੰਦਾ, ਇੱਕ ਸੈਲਸ ਹੁੰਦੇ। ਧਿਆਨ ਨਾਲ ਸੁਣਨਾ ਕਿ ਕਨੈਕਟਿਵ ਟਿਸ਼ੂ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਪਾਏ ਜਾਂਦੇ ਆ। ਦੋ ਪਾਰਟਸ ਹੁੰਦੇ ਆ, ਇੱਕ ਤਾਂ ਹੁੰਦੇ ਨੇ ਸੈਲਸ। ਪਹਿਲਾ ਪਾਰਟ ਕਨੈਕਟਿਵ ਟਿਸ਼ੂ ਦਾ ਕਿਹੜਾ ਹੈਗਾ, ਸੈਲਸ ਹੁੰਦੇ ਆ। ਸੈਕਿੰਡ ਕੀ ਹੁੰਦਾ ਹੈਗਾ, ਬਲੱਡ ਦਾ ਫਲੂਇਡ ਪਾਰਟ ਹੁੰਦਾ, ਠੀਕ ਹੈ। ਸੈਲਸ ਹੁੰਦੇ ਆ ਤੇ ਫਲੂਇਡ ਪਾਰਟ ਹੁੰਦਾ, ਇਹ ਦੋ ਪਾਰਟਸ ਪਾਏ ਜਾਂਦੇ ਆ ਕਨੈਕਟਿਵ ਟਿਸ਼ੂਜ਼। ਜਿਵੇਂ ਐਗਜ਼ਾਮਪਲ ਹੈਗੀ ਆਪਣੇ ਕੋਲ ਬਲੱਡ ਦੇ ਵਿੱਚ ਸੈਲਸ ਪਾਏ ਜਾਂਦੇ ਆ, ਜਿਵੇਂ ਆਪਾਂ ਦੇਖ ਰਹੇ ਹਾਂ RBCs, WBCs ਤੇ ਪਲੇਟਲੈਟਸ, ਤੇ ਫਲੂਇਡ ਪਾਰਟ ਕਿਹੜਾ ਹੈਗਾ, ਪਲਾਜ਼ਮਾ। ਇਹ ਸੀਗੀ ਆਪਣੇ ਕੋਲ ਕੰਪੋਜੀਸ਼ਨ। ਹੁਣ ਇੱਕ ਕੁਐਸਚਨ, ਹੁਣ ਇਸ ਚੀਜ਼ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਸੈਲਸ ਹੁੰਦੇ ਆ ਨਾ, ਕਨੈਕਟਿਵ ਟਿਸ਼ੂ ਦੇ ਜਿਹੜੇ ਸੈਲਸ ਹੁੰਦੇ ਆ ਬਹੁਤ ਹੀ ਜ਼ਿਆਦਾ ਵਾਈਡਲੀ ਸਪੇਸ ਹੁੰਦੇ ਆ। ਮੈਂ ਇੱਕ ਡਾਇਗਰਾਮ ਬਣਾਉਣੀ ਆ ਆਪਣੇ ਕੋਲੇ, ਜਿਵੇਂ ਕਨੈਕਟਿਵ ਟਿਸ਼ੂ ਬਣਾ ਰਹੀ ਹਾਂ, ਜਿਵੇਂ ਆਪਣੇ ਕੋਲ ਸੈਲਸ ਨੇ। ਹੁਣ ਤੁਸੀਂ ਦੇਖ ਰਹੇ ਹੋ ਨਾ ਸੈਲਸ ਦੇ ਵਿੱਚ ਕਿੰਨਾ ਗੈਪ ਆ, ਕਿੰਨਾ ਜ਼ਿਆਦਾ ਗੈਪ ਆ ਸੈਲਸ ਦੇ ਵਿੱਚ। ਇਹੀ ਚੀਜ਼ ਦੱਸੀ ਹੋਈ ਹੈ ਕਿ ਜਿਹੜੇ ਸੈਲਸ ਪਾਏ ਜਾਂਦੇ ਆ ਕਨੈਕਟਿਵ ਟਿਸ਼ੂਜ਼ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਈਡਲੀ ਸਪੇਸ ਹੁੰਦੀ ਹੈ, ਬਹੁਤ ਜ਼ਿਆਦਾ ਸਪੇਸ ਹੁੰਦੀ ਆ। ਤੇ ਆਪਾਂ ਨੂੰ ਪਤਾ ਜਦੋਂ ਕਿਸੇ ਚੀਜ਼ ਦੇ ਵਿਚਾਲੇ ਆਪਾਂ ਕੋਈ ਸਪੇਸ ਬਾਰੇ ਦੱਸਣਾ ਹੁੰਦਾ ਜਾਂ ਇਹਦੇ ਬਿਟਵੀਨ ਕੋਈ ਚੀਜ਼ ਹੁੰਦੀ ਆ, ਉਹਨੂੰ ਆਪਾਂ ਇੰਟਰ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤੇ ਇੰਟਰਾ ਆਪਾਂ ਉਦੋਂ ਕਹਿੰਦੇ ਹਾਂ ਜਦੋਂ ਉਸ ਸੈੱਲ ਦੇ ਅੰਦਰਲੀ ਗੱਲ ਕਰੀਏ। ਅੰਦਰ ਇੱਕ ਚੀਜ਼ ਦੇ ਅੰਦਰ ਦੀ ਜਦੋਂ ਆਪਾਂ ਗੱਲ ਕਰਾਂਗੇ ਉਦੋਂ ਆਪਾਂ ਵਰਡ ਯੂਜ਼ ਕਰਾਂਗੇ ਇੰਟਰਾ, ਤੇ ਜਦੋਂ ਦੋ ਸੈਲਸ ਜਾਂ ਦੋ ਚੀਜ਼ਾਂ ਦੇ ਵਿਚਾਲੇ ਦੀ ਗੱਲ ਕਰਾਂਗੇ ਉਹਨੂੰ ਆਪਾਂ ਕਵਾਂਗੇ ਇੰਟਰ, ਠੀਕ ਹੈ। ਹੁਣ ਤਾਂ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਵਾਈਡਲੀ ਸਪੇਸਡ ਹੁੰਦੇ, ਜਾਂ ਆਪਾਂ ਕਹਿ ਸਕਦੇ ਹਾਂ ਮੋਰ ਇੰਟਰਸੈਲੂਲਰ ਸਪੇਸਿਸ, ਮੀਨਸ ਦੋ ਸੈਲਸ ਦੇ ਵਿਚਾਲੇ ਜਿਹੜੀ ਸਪੇਸ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ। ਤਾਂ ਆਹ ਜਿਹੜੀ ਸਪੇਸ ਦੇਖ ਰਹੇ ਹੋ ਨਾ, ਮੰਨ ਲਓ ਆਹ ਸੈੱਲ A ਆ ਤੇ ਆਹ ਸੈੱਲ B ਆ, ਇਹਨਾਂ ਦੇ ਵਿੱਚ ਜਿਹੜੀ ਸਪੇਸ ਆ ਉਹਨੂੰ ਆਪਾਂ ਕੀ ਕਵਾਂਗੇ, ਇੰਟਰਸੈਲੂਲਰ ਸਪੇਸ। ਇਹ ਬਹੁਤ ਹੀ ਜ਼ਿਆਦਾ ਹੁੰਦੀ ਆ, ਵਾਈਡ ਹੁੰਦੀ ਆ। ਅੰਡਰਸਟੈਂਡ। ਹੁਣ ਇਹ ਵਾਈਡ ਕਿਉਂ ਹੁੰਦੀ ਆ, ਹੁਣ ਆਪਾਂ ਨੂੰ ਪਤਾ ਬਲੱਡ ਆ, ਬਲੱਡ ਨੇ ਮੂਵ ਕਰਨਾ, ਠੀਕ ਹੈ। ਕੁਐਸਚਨ ਅਰਾਈਜ਼ ਹੁੰਦਾ ਇਹ ਵਾਈਡ ਕਿਉਂ ਆ ਸਪੇਸ, ਰੀਜ਼ਨ ਕੀ ਆ, ਆਪਾਂ ਨੂੰ ਇੰਨੀ ਜ਼ਿਆਦਾ ਸਪੇਸ ਦੀ ਕਿਉਂ ਲੋੜ ਪਈ ਆ। ਮੈਂ ਇੱਕ ਕੰਪੈਰੀਜ਼ਨ ਕਰ ਰਹੀ ਹਾਂ ਹੁਣ
ਕੰਪੈਰੀਜ਼ਨ ਕਰ ਰਹੀ ਹਾਂ ਐਪੀਥੀਲੀਅਲ ਸੈਲਸ ਦੇ ਵਿਚਾਲੇ ਤੇ ਕਨੈਕਟਿਵ ਟਿਸ਼ੂਜ਼ ਦੇ ਵੱਲ। ਇਹਨਾਂ ਦੋਵਾਂ ਦੇ ਵਿਚਾਲੇ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਨ ਲੱਗੀਆਂ ਤਾਂ ਜੋ ਤੁਹਾਨੂੰ ਪਤਾ ਚੱਲ ਜੇ ਕਿ ਆਪਣੇ ਕਨੈਕਟਿਵ ਟਿਸ਼ੂਜ਼ ਦੇ ਸੈਲਸ ਵਾਈਡਲੀ ਡਿਸਟਰੀਬਿਊਟ ਕਿਉਂ ਹੋਣੇ ਚਾਹੀਦੇ ਨੇ, ਕਿਉਂ ਹੁੰਦੇ ਆ। ਮੈਂ ਹੁਣ ਬਣਾਉਣ ਲੱਗੀ ਹਾਂ ਐਪੀਥੀਲੀਅਲ ਸੈਲਸ। ਆਪਾਂ ਪੜ੍ਹਿਆ ਸੀ ਜਿਹੜੇ ਐਪੀਥੀਲੀਅਲ ਸੈਲਸ ਹੁੰਦੇ ਉਹ ਬਹੁਤ ਹੀ ਜ਼ਿਆਦਾ ਕੋਲੇ ਕੋਲੇ ਹੁੰਦੇ ਆ, ਠੀਕ ਹੈ। ਮੈਂ ਬਣਾਏ ਨੇ ਐਪੀਥੀਲੀਅਲ ਸੈਲਸ। ਐਪੀਥੀਲੀਅਲ ਸੈਲਸ ਆ ਸੈਲ A ਆ ਸੈਲ B ਆ। ਇਹਨਾਂ ਦੋਵਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੋ ਇੰਟਰਸੈਲੂਲਰ ਸਪੇਸ, ਨੋ ਇੰਟਰਸੈਲੂਲਰ ਸਪੇਸ। ਇਹਨਾਂ ਦੇ ਵਿੱਚ ਕੋਈ ਇੰਟਰਸੈਲੂਲਰ ਸਪੇਸ ਨਹੀਂ ਹੁੰਦੀ। ਕਿਉਂ? ਇੱਥੇ ਨੇਚਰ ਨੇ ਇੰਟਰਸੈਲੂਲਰ ਸਪੇਸ ਕਿਉਂ ਨਹੀਂ ਰੱਖੀ ਜਾਂ ਇੱਥੇ ਕਿਉਂ ਨਹੀਂ ਰੱਖੀ? ਰੀਜ਼ਨ ਕੀ ਆ? ਰੀਜ਼ਨ ਇਹ ਆ, ਆਪਾਂ ਪੜ੍ਹਿਆ ਸੀ ਕਿ ਜਿਹੜੇ ਐਪੀਥੀਲੀਅਲ ਸੈਲਸ ਹੁੰਦੇ ਲਾਈਨਿੰਗ ਦਾ ਕੰਮ ਕਰਦੇ ਆ। ਹੁਣ ਮੰਨ ਲਓ ਬਲੱਡ ਵੈਸਲ ਦੇ ਵਿੱਚ ਐਪੀਥੀਲੀਅਲ ਸੈਲਸ ਨੇ, ਬਲੱਡ ਵੈਸਲ ਦੇ ਵਿੱਚ ਬਲੱਡ ਹੈ, ਠੀਕ ਹੈ, ਬਲੱਡ ਲੀਕ ਵੀ ਕਰ ਸਕਦਾ। ਇਸੇ ਲੀਕੇਜ ਨੂੰ ਬਚਾਉਣ ਲਈ ਕੀ ਕੀਤਾ? ਸੈਲਸ ਨੂੰ ਬਿਲਕੁਲ ਕੋਲੇ ਕੋਲੇ ਰੱਖਿਆ ਗਿਆ ਤੇ ਇੰਟਰਸੈਲੂਲਰ ਸਪੇਸ ਨੂੰ ਆਲਮੋਸਟ ਨਿਗਲੀਜੀਬਲ ਰੱਖਿਆ ਗਿਆ। ਬਟ ਹੁਣ ਆਪਾਂ ਇਸ ਥਾਂ ਤੇ ਗੱਲ ਕਰੀਏ, ਇਸ ਥਾਂ ਤੇ ਕਨੈਕਟਿਵ ਟਿਸ਼ੂਜ਼ ਦੇ ਵਿੱਚ ਸੈਲਸ, ਕਨੈਕਟਿਵ ਟਿਸ਼ੂਜ਼ ਦੇ ਜਿਹੜੇ ਸੈਲਸ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਰੱਖੀ ਹੋਈ ਹੈ ਤਾਂ ਜੋ ਇਹਨਾਂ ਦਾ ਫਲੂਇਡ ਨੇਚਰ ਹੋ ਸਕੇ, ਠੀਕ ਹੈ, ਫਲੂਇਡ ਨੇਚਰ ਹੋ ਸਕੇ। ਬਲੱਡ ਦੇ ਵਿੱਚ ਕਿਉਂ ਇੰਨੀ ਜ਼ਿਆਦਾ ਸਪੇਸ ਰੱਖੀ ਹੋਈ ਹੈ? ਤਾਂ ਜੋ ਉਹਦਾ ਫਲੂਇਡ ਨੇਚਰ ਹੋ ਸਕੇ। ਓਕੇ, ਅੰਡਰਸਟੈਂਡ? ਕਿਉਂਕਿ ਇੱਥੇ ਆਪਾਂ ਕੋਈ ਲੀਕੇਜ, ਆਪਾਂ ਨੂੰ ਕੋਈ ਡਰ ਹੀ ਨਹੀਂ ਲੀਕੇਜ ਦਾ, ਠੀਕ ਹੈ। ਇੱਥੇ ਤਾਂ ਕਰਕੇ ਬਹੁਤ ਜ਼ਿਆਦਾ ਸਪੇਸ ਰੱਖੀ ਹੋਈ ਹੈ ਇਹਨਾਂ ਦੇ ਵਿੱਚ ਤਾਂ ਜੋ ਇਹ ਈਜ਼ਲੀ ਮੂਵ ਕਰ ਸਕਣ। ਅੰਡਰਸਟੈਂਡ? ਹੁਣ ਆਪਾਂ ਨੈਕਸਟ ਟੌਪਿਕ ਕਰਦੇ ਹਾਂ ਆਪਣਾ। ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਇੱਕ ਹੋਰ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤੁਸੀਂ ਕਹੋਗੇ ਕਿ ਮੈਮ ਚਲੋ ਆਪਾਂ ਬਲੱਡ ਦਾ ਤਾਂ ਕਹਿ ਦਿੰਦੇ ਹਾਂ ਕਿ ਆਪਾਂ ਨੂੰ ਫਲੂਇਡ ਨੇਚਰ ਚਾਹੀਦਾ, ਬਟ ਬੋਨ ਦੇ ਵਿੱਚ ਆਪਾਂ ਨੂੰ ਫਲੂਇਡ ਨੇਚਰ ਨਹੀਂ ਚਾਹੀਦਾ। ਫਿਰ ਉੱਥੇ ਵੀ ਇਹੀ ਐਵੇਂ ਹੀ ਹੁੰਦਾ ਕਿ ਸੈਲਸ ਇੱਕ ਦੂਜੇ ਦੇ ਦੂਰ ਦੂਰ ਹੁੰਦੇ। ਹਾਂਜੀ, ਫਿਰ ਉੱਥੇ ਕਿਉਂ ਸੈਲਸ ਦੂਰ ਦੂਰ ਰੱਖੇ ਗਏ ਆ? ਰੀਜ਼ਨ ਇਹ ਆ ਕਿ ਆਪਾਂ ਚਾਹੁੰਦੇ ਹਾਂ ਫਲੈਕਸੀਬਿਲਿਟੀ ਪ੍ਰੋਵਾਈਡ ਕਰਨਾ। ਕਨੈਕਟਿਵ ਟਿਸ਼ੂ ਦਾ ਮੇਨ ਕੰਮ ਹੁੰਦਾ ਵੀ ਵਾਂਟ ਫਲੈਕਸੀਬਿਲਿਟੀ, ਠੀਕ ਹੈ। ਕਨੈਕਟਿਵ ਟਿਸ਼ੂ ਚਾਹੁੰਦਾ ਕਿ ਫਲੈਕਸੀਬਿਲਿਟੀ ਪ੍ਰੋਵਾਈਡ ਹੋਵੇ, ਇਸ ਕਰਕੇ ਉਹਨੇ ਕੀ ਕੀਤਾ? ਆਪਦੇ ਜਿੰਨੇ ਵੀ ਸੈਲਸ ਆ ਉਹਦੇ ਕਨੈਕਟਿਵ ਟਿਸ਼ੂ ਦੇ ਜਿਹੜੇ ਸੈਲਸ ਆ ਉਹਨਾਂ ਨੂੰ ਵਾਈਡਲੀ ਸਪੇਸਡ ਰੱਖਿਆ ਕਨੈਕਟਿਵ ਟਿਸ਼ੂ ਨੇ ਤਾਂ ਜੋ ਪ੍ਰੋਪਰਲੀ ਇਹ ਫਲੈਕਸੀਬਲ, ਤਾਂ ਜੋ ਪ੍ਰੋਪਰਲੀ ਫਲੈਕਸੀਬਿਲਿਟੀ ਉਸ ਪਾਰਟ ਨੂੰ ਪ੍ਰੋਵਾਈਡ ਕੀਤੀ ਜਾ ਸਕੇ। ਇਹੀ ਰੀਜ਼ਨ ਆ, ਹੋਰ ਕੋਈ ਰੀਜ਼ਨ ਨਹੀਂ ਇਹਦੇ ਪਿੱਛੇ। ਹੁਣ ਆਪਾਂ ਨੈਕਸਟ ਟੌਪਿਕ ਕਰਦੇ ਹਾਂ ਆਪਣਾ ਇੱਕ ਆਪਣੇ ਕੋਲੇ ਟਰਮ ਆਉਂਦੀ ਹੈ ਐਕਸਟਰਾ ਸੈਲੂਲਰ ਫਲੂਇਡ। ਐਕਸਟਰਾ ਸੈਲੂਲਰ ਫਲੂਇਡ ਕੀ ਹੁੰਦਾ? ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣੀ ਸੀ, ਇੰਟਰਸੈਲੂਲਰ ਤੇ ਐਕਸਟਰਾ ਸੈਲੂਲਰ ਚ ਕੀ ਡਿਫਰੈਂਸ ਹੈ? ਅੱਛਾ, ਸਾਰੇ ਬੱਚਿਆਂ ਨੇ ਇਸ ਚੀਜ਼ ਨੂੰ ਵੀ ਧਿਆਨ ਨਾਲ ਸੁਣਨਾ। ਆਪਣੇ ਕੋਲ ਇੰਟਰਸੈਲੂਲਰ ਟਰਮ ਹੈ, ਇੱਕ ਹੈਗੀ ਐਕਸਟਰਾ ਸੈਲੂਲਰ। ਇੰਟਰਸੈਲੂਲਰ ਤੇ ਐਕਸਟਰਾ ਸੈਲੂਲਰ ਚ ਕੀ ਡਿਫਰੈਂਸ ਆ? ਕੋਈ ਡਿਫਰੈਂਸ ਨਹੀਂ, ਇਹ ਧਿਆਨ ਨਾਲ ਸੁਣਨਾ। ਇੰਟਰਸੈਲੂਲਰ ਦਾ ਮਤਲਬ ਪਤਾ ਹੈ ਦੋ ਸੈਲਸ ਦੇ ਵਿਚਾਲੇ ਦੀ ਕੋਈ ਚੀਜ਼ ਹੁੰਦੀ ਉਹਨੂੰ ਆਪਾਂ ਇੰਟਰਸੈਲੂਲਰ ਕਹਿ ਦਿੰਦੇ ਹਾਂ। ਤੇ ਐਕਸਟਰਾ ਦਾ ਮਤਲਬ ਹੁੰਦਾ ਬਾਹਰ, ਸੈੱਲ ਦੇ ਬਾਹਰ। ਜਦੋਂ ਕੋਈ ਵੀ ਚੀਜ਼ ਸੈੱਲ ਮੰਨ ਲਓ ਸੈੱਲ ਹੈ, ਸੈੱਲ ਦੇ ਬਾਹਰ ਕੋਈ ਵੀ ਚੀਜ਼ ਪਈ ਹੋਊਗੀ ਉਹਨੂੰ ਆਪਾਂ ਕੀ ਕਹਾਂਗੇ? ਐਕਸਟਰਾ ਸੈਲੂਲਰ। ਉਹਨੂੰ ਉਸ ਚੀਜ਼ ਨੂੰ ਆਪਾਂ ਕੀ ਕਹਾਂਗੇ? ਉਸ ਪਾਰਟ ਨੂੰ ਆਪਾਂ ਕਹਾਂਗੇ ਐਕਸਟਰਾ ਸੈਲੂਲਰ, ਸੈੱਲ ਦੇ ਬਾਹਰ। ਜੇ ਕੋਈ ਚੀਜ਼ ਸੈੱਲ ਦੇ ਅੰਦਰ ਪਈ ਆ ਉਹਨੂੰ ਆਪਾਂ ਕੀ ਕਹਾਂਗੇ? ਇੰਟਰਾ ਸੈਲੂਲਰ। ਹੁਣ ਇੱਥੇ ਇੰਟਰਸੈਲੂਲਰ ਤੇ ਐਕਸਟਰਾ ਸੈਲੂਲਰ ਦਾ ਮਤਲਬ ਸੇਮ ਆ, ਮਤਲਬ ਸੈੱਲ ਦੇ ਬਾਹਰ ਸਪੇਸ ਹੈ ਨਾ। ਇੰਟਰਸੈਲੂਲਰ ਸਪੇਸ ਕਿਹੜੀ ਹੈ? ਸੈੱਲ ਦੇ ਬਾਹਰ ਸਪੇਸ ਆ। ਤੇ ਐਕਸਟਰਾ ਸੈਲੂਲਰ ਦਾ ਮਤਲਬ ਵੀ ਕੀ ਹੈ? ਸੈੱਲ ਦੇ ਬਾਹਰ। ਤਾਂ ਇਸ ਕਰਕੇ ਇਹ ਦੋਵਾਂ ਦਾ ਮਤਲਬ ਸੇਮ ਹੋਏਗਾ, ਇੰਟਰਸੈਲੂਲਰ ਤੇ ਐਕਸਟਰਾ ਸੈਲੂਲਰ। ਇੰਟਰਸੈਲੂਲਰ ਫਲੂਇਡ ਦਾ ਮਤਲਬ ਕੀ ਹੈ? ਦੋ ਸੈਲਸ, ਮੰਨ ਲਓ ਆਪਣੇ ਕੋਲ ਸੈੱਲ A ਹੈ ਤੇ ਸੈੱਲ B, ਦੋ ਸੈਲਸ ਦੇ ਵਿਚਾਲੇ ਜਿਹੜਾ ਫਲੂਇਡ ਹੋਏਗਾ ਉਹਨੂੰ ਆਪਾਂ ਇੰਟਰਸੈਲੂਲਰ ਫਲੂਇਡ ਕਵਾਂਗੇ। ਤੇ ਐਕਸਟਰਾ ਸੈਲੂਲਰ ਫਲੂਇਡ ਦਾ ਮਤਲਬ ਕੀ ਹੈ? ਸੈੱਲ ਦੇ ਬਾਹਰ ਜਿਹੜਾ ਫਲੂਇਡ ਹੋਏਗਾ ਉਹਨੂੰ ਆਪਾਂ ਕੀ ਕਵਾਂਗੇ? ਐਕਸਟਰਾ ਸੈਲੂਲਰ ਫਲੂਇਡ ਕਵਾਂਗੇ। ਤਾਂ ਇੰਟਰਸੈਲੂਲਰ ਤੇ ਐਕਸਟਰਾ ਸੈਲੂਲਰ ਫਲੂਇਡ ਦਾ ਮਤਲਬ ਵੀ ਸੇਮ ਹੁੰਦਾ, ਠੀਕ ਹੈ। ਜੇ ਤੁਹਾਨੂੰ ਲਿਖਿਆ ਆ ਜੇ ਵੀ ਐਕਸਟਰਾ ਸੈਲੂਲਰ ਫਲੂਇਡ ਕੀ ਹੁੰਦਾ ਤਾਂ ਸੇਮ ਮਤਲਬ ਹੀ ਇੰਟਰਸੈਲੂਲਰ ਫਲੂਇਡ ਵਾਲਾ ਹੀ ਹੋਏਗਾ, ਉਹ ਸੇਮ ਮੀਨਿੰਗ ਹੋਏਗਾ ਦੋਵਾਂ ਦਾ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਆਪਦੇ। ਫਿਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਨੈਕਟਿਵ ਟਿਸ਼ੂ
ਦੇ ਜਿਹੜਾ ਫਲੂਇਡ ਨੇਚਰ ਹੈ, ਐਕਸਟਰਾ ਸੈਲੂਲਰ ਫਲੂਇਡ ਆ, ਉਹ ਕਿਸ ਚੀਜ਼ ਤੋਂ ਬਣਿਆ ਹੁੰਦਾ। ਆਪਾਂ ਨੂੰ ਪਤਾ ਹੈ ਕਿ ਕਨੈਕਟਿਵ ਟਿਸ਼ੂ ਦੇ ਦੋ ਪਾਰਟਸ ਨੇ। ਆਪਾਂ ਹੁਣੇ ਪੜ੍ਹਿਆ ਸੀ ਕਿ ਜਿਹੜਾ ਕਨੈਕਟਿਵ ਟਿਸ਼ੂ ਹੈ, ਕਨੈਕਟਿਵ ਟਿਸ਼ੂ ਦੇ ਦੋ ਪਾਰਟਸ ਨੇ। ਇੱਕ ਤਾਂ ਸੀ ਫਲੂਇਡ ਪਾਰਟ, ਜਿਹਨੂੰ ਆਪਾਂ ਕਿਹੜਾ ਫਲੂਇਡ ਕਹਿੰਦਾ, ਐਕਸਟਰਾ ਸੈਲੂਲਰ ਫਲੂਇਡ, ਐਕਸਟਰਾ ਸੈਲੂਲਰ ਫਲੂਇਡ। ਤੇ ਸੈਕਿੰਡ ਪਾਰਟ ਸੀਗਾ ਆਪਣੇ ਕੋਲ ਸੈਲਸ। ਕਨੈਕਟਿਵ ਟਿਸ਼ੂ 'ਚ ਕੀ ਪਾਏ ਜਾਂਦੇ, ਸੈਲਸ ਪਾਏ ਜਾਂਦੇ ਆ। ਠੀਕ ਹੈ, ਹੁਣ ਪਹਿਲਾਂ ਆਪਾਂ ਫਲੂਇਡ ਪਾਰਟ ਨੂੰ ਪੜਾਂਗੇ, ਫਿਰ ਆਪਾਂ ਪੜਾਂਗੇ ਸੈਲਸ ਨੂੰ। ਫਲੂਇਡ ਜਿਹੜਾ ਐਕਸਟਰਾ ਸੈਲੂਲਰ ਫਲੂਇਡ ਹੁੰਦਾ, ਇਹਨੂੰ ਆਪਾਂ ਐਕਸਟਰਾ ਸੈਲੂਲਰ ਮੈਟ੍ਰਿਕਸ ਵੀ ਕਹਿ ਦਿੰਦੇ ਹਾਂ। ਇਹ ਵੀ ਤੁਸੀਂ ਯਾਦ ਰੱਖਣੀ ਹੈ ਟਰਮ, ਐਕਸਟਰਾ ਸੈਲੂਲਰ ਫਲੂਇਡ ਜਾਂ ਐਕਸਟਰਾ ਸੈਲੂਲਰ ਮੈਟ੍ਰਿਕਸ, ਇਹਨਾਂ ਦੋਵਾਂ ਦਾ ਸੇਮ ਮਤਲਬ ਹੈ। ਇਹਦੀ ਕੰਪੋਜੀਸ਼ਨ ਕੀ ਹੈ, ਐਕਸਟਰਾ ਸੈਲੂਲਰ ਫਲੂਇਡ ਕਿਸ ਚੀਜ਼ ਦਾ ਬਣਿਆ ਹੁੰਦਾ। ਐਕਸਟਰਾ ਸੈਲੂਲਰ ਫਲੂਇਡ ਇਜ਼ ਕੰਪੋਜ਼ਡ ਆਫ, ਐਕਸਟਰਾ ਸੈਲੂਲਰ ਫਲੂਇਡ ਦੋ ਚੀਜ਼ਾਂ ਤੋਂ ਬਣਿਆ ਹੁੰਦਾ, ਗਰਾਊਂਡ ਸਬਸਟੈਂਸ ਐਂਡ ਫਾਈਬਰਸ। ਪਹਿਲਾਂ ਆਪਾਂ ਗੱਲ ਕਰਦੇ ਹਾਂ ਗਰਾਊਂਡ ਸਬਸਟੈਂਸ ਦੀ। ਰੁਪਿੰਦਰ ਬੱਚੇ 8th ਦੀ ਜਿਹੜੀ ਕਲਾਸ ਆ ਉਹ ਮੈਂਟਲ ਐਬਿਲਿਟੀ ਦੀ ਕਲਾਸ ਤੋਂ ਬਾਅਦ ਲੱਗੂਗੀ, ਤੇ ਮੈਂਟਲ ਐਬਿਲਿਟੀ ਦੀ ਕਲਾਸ ਆਪਾਂ 10 ਮਿੰਟਾਂ ਬਾਅਦ ਸਟਾਰਟ ਕਰਾਂਗੇ। ਓਕੇ, ਹੁਣ ਧਿਆਨ ਨਾਲ ਸੁਣ ਲਓ ਇਸ ਚੀਜ਼ ਨੂੰ। ਗਰਾਊਂਡ ਸਬਸਟੈਂਸ, ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਆਪਣੇ ਕੋਲ ਐਕਸਟਰਾ ਸੈਲੂਲਰ ਫਲੂਇਡ ਹੁੰਦਾ, ਉਹਦੇ ਦੋ ਪਾਰਟਸ ਨੇ, ਗਰਾਊਂਡ ਸਬਸਟੈਂਸ ਐਂਡ ਫਾਈਬਰਸ। ਜਿਹੜਾ ਗਰਾਊਂਡ ਸਬਸਟੈਂਸ ਹੁੰਦਾ, ਇਹ ਫਲੂਇਡ ਲਾਈਕ ਸਬਸਟੈਂਸ ਹੁੰਦਾ, ਫਲੂਇਡ ਨੇਚਰ ਹੁੰਦਾ ਇਹਦਾ, ਤੇ ਇਹਦੇ 'ਚ ਜ਼ਿਆਦਾ ਵਾਟਰ ਕੰਟੈਂਟ ਹੁੰਦਾ, ਮੀਨਸ ਇਹਦੇ 'ਚ ਜ਼ਿਆਦਾ ਲਿਕੁਇਡ ਪਾਰਟ ਹੁੰਦਾ। ਇਹ ਲਿਕੁਇਡ ਪਾਰਟ ਹੁੰਦਾ, ਤੇ ਲਿਕੁਇਡ ਪਾਰਟ ਦੇ ਵਿੱਚ ਵੀ ਮੇਨ ਚੀਜ਼ ਕਿਹੜੀ ਹੁੰਦੀ ਹੈ, ਵਾਟਰ। ਠੀਕ ਹੈ, ਇਹਦੇ 'ਚ ਜ਼ਿਆਦਾ ਪਾਣੀ ਹੁੰਦਾ, ਤੇ ਇਹਦਾ ਕੰਮ ਕੀ ਹੁੰਦਾ, ਫਿਲਸ ਦਾ ਸਪੇਸ ਬਿਟਵੀਨ ਦਾ ਸੈਲਸ ਦੇ ਬਿਟਵੀਨ ਜਿਹੜੀ ਸਪੇਸ ਹੁੰਦੀ ਆ ਉਹ ਇਸ ਪਾਰਟ ਨੇ ਫਿਲ ਕਰਨੀ ਹੁੰਦੀ ਆ। ਸੈਕਿੰਡ ਹੈਗਾ ਆਪਣੇ ਕੋਲੇ ਫਾਈਬਰਸ। ਫਾਈਬਰਸ ਦਾ ਕੀ ਕੰਮ ਹੁੰਦਾ, ਫਾਈਬਰਸ ਬਣੇ ਹੁੰਦੇ ਆ ਪ੍ਰੋਟੀਨਸ ਤੋਂ। ਫਾਈਬਰਸ ਫਾਰਮਡ ਫਰੋਮ ਪ੍ਰੋਟੀਨਸ, ਤੇ ਪ੍ਰੋਟੀਨਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਫਾਈਬਰਸ ਫਾਰਮਡ ਫਰੋਮ ਪ੍ਰੋਟੀਨਸ। ਤੇ ਪ੍ਰੋਟੀਨਸ ਦੀਆਂ ਵੀ ਤਿੰਨ ਟਾਈਪਸ ਨੇ ਆਪਣੇ ਕੋਲੇ। ਪਹਿਲਾ ਹੈਗਾ ਆਪਣੇ ਕੋਲੇ ਕੋਲਾਜਨ, ਕੋਲਾਜਨ ਪ੍ਰੋਟੀਨ ਹੁੰਦਾ, ਰੈਟੀਕੂਲਰ ਪ੍ਰੋਟੀਨ ਹੁੰਦਾ, ਕੋਲਾਜਨ ਫਾਈਬਰਸ ਹੁੰਦੇ ਨੇ, ਰੈਟੀਕੂਲਰ ਫਾਈਬਰਸ ਹੁੰਦੇ ਨੇ, ਤੇ ਇਲਾਸਟਿਕ ਫਾਈਬਰਸ ਹੁੰਦੇ ਆ। ਠੀਕ ਹੈ, ਦੋ ਚੀਜ਼ਾਂ ਆਪਾਂ ਹੁਣੇ ਪੜ੍ਹੀਆਂ। ਪਹਿਲੀ ਐਕਸਟਰਾ ਸੈਲੂਲਰ ਫਲੂਇਡ ਦੇ ਵਿੱਚ ਪਹਿਲੀ ਗੱਲ ਤਾਂ ਪੜ੍ਹੀ ਆਪਾਂ, ਗਰਾਊਂਡ ਸਬਸਟੈਂਸ ਹੁੰਦਾ ਜਿਹੜਾ ਕਿ ਜਿਹਦਾ ਫਲੂਇਡ ਨੇਚਰ ਹੁੰਦਾ ਤੇ ਵਾਟਰ ਜ਼ਿਆਦਾ ਹੁੰਦਾ ਉਹਦੇ 'ਚ। ਫਿਰ ਸੈਕਿੰਡ ਆਪਾਂ ਪੜ੍ਹਿਆ ਕਿ ਇਹਨਾਂ 'ਚ ਫਾਈਬਰਸ ਹੁੰਦੇ ਆ, ਤੇ ਫਾਈਬਰਸ ਕਿਸ ਤੋਂ ਬਣੇ ਹੁੰਦੇ ਆ, ਪ੍ਰੋਟੀਨਸ ਤੋਂ ਬਣੇ ਹੁੰਦੇ ਆ। ਫਾਈਬਰਸ ਤਿੰਨ ਤਰ੍ਹਾਂ ਦੇ ਹੁੰਦੇ ਆ, ਕੋਲਾਜਨ ਫਾਈਬਰਸ, ਰੈਟੀਕੂਲਰ ਫਾਈਬਰਸ ਤੇ ਇਲਾਸਟਿਕ ਫਾਈਬਰਸ। ਆਪਾਂ ਇਹਨਾਂ ਨੂੰ ਵੀ ਡਿਟੇਲ 'ਚ ਪੜ੍ਹਨਾ, ਫਾਈਬਰਸ ਨੂੰ। ਇੱਕ ਗੱਲ ਮੇਨ ਜਿਹੜੀ ਚੀਜ਼ ਤੁਸੀਂ ਯਾਦ ਰੱਖਣੀ ਆ ਇੰਪੋਰਟੈਂਟ, ਕਿ ਜਿਹੜਾ ਪ੍ਰਪੋਰਸ਼ਨ ਆ, ਮੀਨਸ ਜਿਹੜੇ ਫਾਈਬਰਸ ਪਾਏ ਜਾਂਦੇ ਆ ਜਾਂ ਜਿਹੜਾ ਗਰਾਊਂਡ ਸਬਸਟੈਂਸ ਪਾਇਆ ਜਾਂਦਾ ਨਾ, ਇਹ ਤੇ ਜਿਹੜੇ ਸੈਲਸ ਪਾਏ ਜਾਂਦੇ ਆ ਕਨੈਕਟਿਵ ਟਿਸ਼ੂਜ਼ ਦੇ ਵਿੱਚ, ਉਹ ਇੱਕ ਕਨੈਕਟਿਵ ਟਿਸ਼ੂ ਦੀ ਟਾਈਪ ਤੇ ਦੂਜੇ ਕਨੈਕਟਿਵ ਟਿਸ਼ੂ ਦੀ ਟਾਈਪ 'ਚ ਡਿਫਰੈਂਟ ਹੋ ਸਕਦੇ ਆ। ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਬਲੱਡ ਤੇ ਬੋਨ ਦੋਨੋਂ ਕਨੈਕਟਿਵ ਟਿਸ਼ੂ ਆ। ਬਲੱਡ ਦੇ ਵਿੱਚ ਜਿਹੜੇ ਫਾਈਬਰਸ ਦੀ ਬਲੱਡ ਦੇ ਵਿੱਚ ਜਿਹੜੀ ਰੇਸ਼ੋ ਆਪਣੇ ਕੋਲੇ ਫਾਈਬਰਸ ਦੀ ਗਰਾਊਂਡ ਸਬਸਟੈਂਸ ਦੀ, ਉਹ ਡਿਫਰੈਂਟ ਹੋਏਗੀ ਬੋਨ ਦੇ ਫਾਈਬਰਸ ਤੇ ਗਰਾਊਂਡ ਸਬਸਟੈਂਸ ਦੇ ਨਾਲੋਂ। ਇਹ ਚੀਜ਼ ਯਾਦ ਰੱਖਣੀ ਹੈ। ਪਾਇਆ ਸਾਰਾ ਕੁਝ ਉਹਦੇ 'ਚ ਵੀ ਜਾਊਗਾ, ਬਲੱਡ 'ਚ ਵੀ ਸਾਰਾ ਕੁਝ ਹੋਏਗਾ, ਤੇ ਬੋਨ 'ਚ ਵੀ ਸਾਰਾ ਕੁਝ ਹੋਏਗਾ, ਬਟ ਜਿਹੜੀ ਰੇਸ਼ੋ ਹੋਊਗੀ ਉਹਨਾਂ ਦਾ ਪ੍ਰਪੋਰਸ਼ਨ ਹੋਊਗਾ ਉਹ ਡਿਫਰੈਂਟ ਹੋਊਗਾ। ਫਾਈਬਰਸ ਬੋਨਸ 'ਚ ਜ਼ਿਆਦਾ ਹੋਣਗੇ, ਬਲੱਡ ਦੇ ਵਿੱਚ ਘੱਟ ਹੋਣਗੇ, ਗਰਾਊਂਡ ਸਬਸਟੈਂਸ ਬਲੱਡ 'ਚ ਜ਼ਿਆਦਾ ਹੋਏਗਾ ਤੇ ਬੋਨ 'ਚ ਘੱਟ ਹੋਏਗਾ। ਠੀਕ ਹੈ, ਪਾਏ ਦੋਨਾਂ 'ਚ ਹੀ ਜਾਣਗੇ, ਪਰ ਉਹਨਾਂ ਦੀ ਜਿਹੜੀ ਰੇਸ਼ੋ ਹੋਊਗੀ ਉਹ ਅਲੱਗ ਹੋਊਗੀ। ਠੀਕ ਹੈ ਬੱਚੇ, ਹੁਣ ਮੈਂ ਕਲਾਸ ਨੂੰ ਐਂਡ ਕਰਨ ਲੱਗੀ ਹਾਂ। ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਪੁੱਛ ਸਕਦੇ ਹੋ ਅੱਜ ਦੇ ਇਸ ਟੌਪਿਕ ਦੇ ਨਾਲ ਰਿਲੇਟਡ। ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਪੁੱਛ ਸਕਦੇ ਹੋ। ਮੈਂ ਕਲਾਸ ਨੂੰ ਐਂਡ ਕਰਨ ਲੱਗੀ ਹਾਂ ਕਿਉਂਕਿ ਇਸ ਤੋਂ ਬਾਅਦ ਤੁਹਾਡੀ ਮੈਂਟਲ ਐਬਿਲਿਟੀ ਦੀ ਕਲਾਸ ਵੀ ਹੈ। ਬੱਚੇ ਬਾਕੀ ਵਾਲਾ ਪਾਰਟ ਆਪਾਂ ਕੱਲ ਨੂੰ ਕਰ ਲਾਂਗੇ। ਕੱਲ ਆਪਾਂ ਪੜਾਂਗੇ ਜਿਹੜੇ ਆਪਣੇ ਕੋਲ ਕੋਲਾਜਨ ਫਾਈਬਰਸ ਨੇ,
हाँ जी हाँ जी बच्चे 3-4 ਜਿਹੜੇ ਸੈਸ਼ਨਸ ਹੋ ਚੁੱਕੇ ਆ ਉਹਨਾਂ ਦੀ ਅੱਜ PDF ਤੁਹਾਨੂੰ ਮਿਲ ਜੇਗੀ 8 8:30 ਦੇ ਵਿੱਚ ਪੱਕਾ। ਕੋਈ ਡਾਊਟ ਹੈ ਬੱਚੇ? हाँ जी बच्चे बस मैंटल एबिलिटी की क्लास इस क्लास तो 5 मिनट बाद लगूगी। ओके फिर मैं क्लास में एंड कर लगी हाँ ते बाकी आप कल नूं की करना, कल नूं आपां जिहड़े फाइबर्स पढ़े आ कोलेजन इलास्टिक इन्हां नूं डिटेल च पढ़ांगे कि कोलेजन फाइबर्स किहड़े हुंदे आ, फरदर उन्हां दीयां टाइप्स किहड़ियां-किहड़ियां हुंदियां। ओके हुण मैं एंड कर